ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਮੁੱਦਾ ਬਿਜਲੀ ਸੰਕਟ ਦਾ। ਜੀ ਹਾਂ, ਵੱਡਾ ਮਾਮਲਾ ਬਣਦਾ ਜਾ ਰਿਹਾ ਹੈ। ਪੰਜਾਬ ਦੀ ਸਥਿਤੀ ਕੀ ਹੈ, ਇਹਦੇ ਪਿੱਛੇ ਦੀ ਕਹਾਣੀ ਕੀ ਹੈ, ਪਰ ਪਹਿਲਾਂ ਮੌਜੂਦਾ ਦੇਸ਼ ਦੀ ਸਥਿਤੀ ਕੀ ਹੈ, ਕਿੱਥੋਂ ਇਹ ਸੰਕਟ ਪੈਦਾ ਹੋਇਆ। ਪਿਛਲੇ ਦਿਨਾਂ ਦੇ ਦੌਰਾਨ ਅਚਾਨਕ ਖਬਰ ਆਉਣ ਲੱਗਦੀਆਂ ਨੇ ਕਿ ਕੋਲੇ ਦੀ ਆਮਦ ਘਟ ਰਹੀ ਹੈ, ਕੋਲੇ ਦੀ ਖਪਤ ਵੱਧ ਰਹੀ ਹੈ, ਉਹਦੀ ਆਮਦ ਘਟ ਰਹੀ ਹੈ, ਤੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਕੋਲ ਕੋਲੇ ਦੀ ਸ਼ੋਰਟੇਜ ਹੋ ਰਹੀ ਹੈ, ਜਿਹਦੇ ਕਾਰਨ ਬਿਜਲੀ ਸੰਕਟ ਪੈਦਾ ਹੋਣ ਲੱਗਾ। ਮਾਮਲਾ ਕਿੱਥੋਂ ਆਇਆ ਚਰਚਾ 'ਚ? ਕਹਿੰਦੇ ਕਿ ਟਾਟਾ ਜਿਹੜੀ ਪ੍ਰਾਈਵੇਟ ਤੌਰ 'ਤੇ ਜਿੱਥੇ ਬਿਜਲੀ ਸਪਲਾਈ ਕਰਦੀ ਹੈ, ਉਹਨਾਂ ਨੂੰ ਕਿਸੇ ਇੱਕ ਅਧਿਕਾਰੀ ਨੇ ਕਹਿੰਦੇ ਇੱਕ SMS ਕਰਤਾ, ਮੈਸੇਜ ਭੇਜਤਾ ਆਪਣੇ ਗਾਹਕਾਂ ਨੂੰ, ਸਾਂਝਾ ਸਮੂਹ ਮੈਸੇਜ ਕਿ ਭਾਈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਕਿ ਬਿਜਲੀ ਦੇ ਕੱਟ ਲੱਗਣੇ, ਇਸ ਲਈ ਥੋੜ੍ਹੇ ਜਿਹੇ ਸੁਚੇਤ ਰਹੋ ਤਾਂ ਕਿ ਸਾਨੂੰ ਕੰਪਨੀ ਨੂੰ ਬਲੇਮ ਨਾ ਕਰਿਓ, ਪਿੱਛੋਂ ਸੰਕਟ। ਸੋ ਇਹ ਮੈਸੇਜ ਜਦੋਂ ਕੇਂਦਰੀ ਮੰਤਰੀਆਂ ਤੱਕ ਪਹੁੰਚਿਆ ਤਾਂ ਅੱਗ ਬੁਗਲਾ ਹੋ ਗਏ। ਕਿਵੇਂ ਤੁਸੀਂ ਇਹ ਸੁਨੇਹਾ ਦਿੱਤਾ ਜੀ? ਤੁਸੀਂ ਗਾਹਕਾਂ ਨੂੰ ਕਿਉਂ ਗਲਤ ਮੈਸੇਜ ਦੇ ਰਹੇ ਹੋ? ਅਸੀਂ ਤਾਂ ਬਹੁਤ ਕੰਟਰੋਲ ਕੀਤਾ ਸਾਰਾ ਕੁਛ। ਮਤਲਬ ਸਰਕਾਰ ਚਾਹੁੰਦੀ ਨਹੀਂ ਸੀ, ਕੇਂਦਰ ਸਰਕਾਰ ਚਾਹੁੰਦੀ ਨਹੀਂ ਸੀ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਚਾਹੁੰਦੀ ਨਹੀਂ ਸੀ ਕਿ ਸਾਡੀ ਨਲਾਇਕੀ ਬਾਹਰ ਜਾਵੇ। ਸੋ ਇਸ ਲਈ ਉਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਕਿੰਨੀ ਦੇਰ ਲੁਕਦੀ ਗੱਲ। ਬੇਸ਼ੱਕ ਉਹ ਤਾੜਨਾ ਇਕੱਲੀ ਉਸ ਕੰਪਨੀ ਨੂੰ ਨਹੀਂ ਸੀ, ਉਹ ਬਾਕੀਆਂ ਨੂੰ ਵੀ ਕੰਨ ਕਰਨ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਮੰਤਰੀ ਕਹਿ ਰਹੇ ਹੋ ਇਹਦਾ ਮਤਲਬ ਹੁੰਦਾ ਕਿ ਤੁਸੀਂ ਨਾ ਹੁਣ ਬਾਕੀ ਕੁਛ ਕਰਿਓ। ਪਰ ਸਥਿਤੀ ਹੌਲੀ ਹੌਲੀ ਉੱਭਰ ਕੇ ਸਾਹਮਣੇ ਆਉਣ ਲੱਗੀ। ਥਰਮਲ ਪਲਾਂਟ ਕਹਿੰਦੇ ਕਿ ਸਾਡੇ ਕੋਲ 2 ਤੋਂ 3 ਦਿਨਾਂ ਦਾ, ਕਿਸੇ ਕੋਲ 7 ਘੰਟੇ ਦਾ ਕੋਲਾ, ਕਿਸੇ ਕੋਲ 1 ਦਿਨ ਦਾ, ਕਿਸੇ ਕੋਲ 1.5 ਦਿਨ ਦਾ। ਜਦੋਂ ਇਹ ਸਥਿਤੀ 'ਚ ਆਏ ਤਾਂ ਫਿਰ ਕੋਲੇ ਦੀ ਆਮਦ ਦੀ ਖੜੋਤ ਦੇ ਕਾਰਨ ਦੇਸ਼ ਭਰ ਦੇ ਵਿੱਚ ਇੱਕ ਵਾਰ ਬਿਜਲੀ ਕੱਟ ਲੱਗਣੇ ਸ਼ੁਰੂ ਹੋਏ ਅਤੇ ਖਤਰਾ ਖੜਾ ਹੋ ਗਿਆ ਕਿ ਦੇਸ਼ ਬਲੈਕ ਆਊਟ ਵੀ ਹੋ ਸਕਦਾ। ਇਸ ਖਤਰੇ 'ਚੋਂ ਪੰਜਾਬ ਦੇ ਮੂਹਰੇ ਵੀ ਚੁਣੌਤੀ ਹੈ ਕਿ ਪੰਜਾਬ 'ਚ ਵੀ ਬਲੈਕ ਆਊਟ ਹੋ ਸਕਦਾ। ਸੋ ਆਪਾਂ ਪੰਜਾਬ ਦੀ ਵੀ ਗੱਲ ਕਰਾਂਗੇ। ਮਾਮਲਾ ਕਿਹਾ ਜਾ ਰਿਹਾ ਕਿ ਜਦੋਂ ਕਰੋਨਾ ਕਾਲ ਸੀਗਾ ਉਸ ਦੌਰਾਨ ਬਿਜਲੀ ਦੀ ਖਪਤ ਬਹੁਤ ਘੱਟ ਗਈ। ਬੇਸ਼ੱਕ ਜਦੋਂ ਝੋਨਾ ਪੰਜਾਬ 'ਚ ਲੱਗਦਾ ਤਦ ਪੰਜਾਬ ਦੀ ਬਹੁਤ ਖਪਤ ਵੱਧਦੀ ਹੈ। ਉਸ ਦੌਰ ਦੇ ਵਿੱਚ 9000 ਮੈਗਾਵਾਟ ਤੋਂ ਵੀ ਉੱਪਰ ਚਲੀ ਜਾਂਦੀ, ਕੋਈ ਰੂਟੀਨ ਦੇ ਵਿੱਚ ਜਦੋਂ ਕਿ 7000 ਦੇ ਕਰੀਬ ਰਹਿੰਦੀ ਆ। ਪਰ ਇਸ ਮੌਕੇ ਇਸ ਵਾਰ 8500 ਤੋਂ ਉੱਪਰ ਚੱਲ ਰਹੀ ਹੈ ਡਿਮਾਂਡ, ਜਿਹੜੀ ਡਿਮਾਂਡ ਹੈ। ਅਤੇ ਦੇਸ਼ ਦੇ ਵਿੱਚ ਉਦਯੋਗ ਬੰਦ ਸੀ, ਫੈਕਟਰੀਆਂ ਬੰਦ ਸੀ, ਕਾਰਖਾਨੇ ਬੰਦ ਸੀ, ਅਤੇ ਨਾਲ ਨਾਲ ਰੇਲਵੇ ਦੀ ਸਾਰਾ ਕੁਛ ਬੰਦ ਸੀਗਾ। ਸੋ ਇਸ ਲਈ ਬਿਜਲੀ ਦੀ ਖਪਤ ਵੀ ਘੱਟ ਹੋ ਰਹੀ ਸੀ ਅਤੇ ਕੋਲੇ ਦੀ ਖਪਤ ਵੀ ਘੱਟ ਹੋ ਰਹੀ ਸੀ। ਪਰ ਜਿੱਦਾਂ ਜਿੱਦਾਂ ਕਰੋਨਾ ਕਾਲ ਹਟਣ ਲੱਗਾ, ਸਾਰਾ ਕੁਝ ਖੁੱਲ੍ਹਣ ਲੱਗਾ, ਬਿਜਲੀ ਦੀ ਡਿਮਾਂਡ ਵਧਣ ਲੱਗੀ ਅਤੇ ਉੱਧਰ ਕੋਲੇ ਦੀ ਸਪਲਾਈ ਘਟਣ ਲੱਗੀ। ਪਰ ਸਰਕਾਰ ਇਸ ਵੱਲ ਧਿਆਨ ਨਹੀਂ ਕਰ ਸਕੀ। ਸਰਕਾਰ ਭੁੱਲ ਗਈ ਕਿ 2 ਸਾਲ ਪਹਿਲਾਂ ਦੇਸ਼ ਦੇ ਵਿੱਚ ਕਿੰਨੀ ਬਿਜਲੀ ਦੀ ਖਪਤ ਹੁੰਦੀ ਸੀ। ਸਰਕਾਰ ਨੂੰ ਇਹ ਚੇਤੇ ਹੀ ਨਹੀਂ ਰਿਹਾ। ਹਿਸਾਬ ਲਾਉਣਾ ਔਖਾ ਹੋ ਗਿਆ ਸ਼ਾਇਦ, ਜਾਂ ਆਉਂਦਾ ਨਾ ਹੋਵੇ ਹਿਸਾਬ ਕਿਤਾਬ ਕਰਨਾ, ਜਾਂ ਧਿਆਨ ਤਾਂ ਸਰਕਾਰਾਂ ਡੇਗਣ ਅਤੇ ਖਰੀਦਣ 'ਚ ਹੋਵੇ, ਅਗਲੀਆਂ ਚੋਣਾਂ ਜਿੱਤਣ 'ਚ ਹੋਵੇ। ਸੋ ਜਦੋਂ ਇਸ ਵੱਲ ਧਿਆਨ ਹੋਵੇ ਤਾਂ ਲੋਕ ਮੁੱਦੇ ਵੱਲ ਧਿਆਨ ਕਿਵੇਂ ਜਾਏ? ਸੋ ਕਹਿੰਦੇ ਜੀ ਮਸਲਾ ਇੱਥੇ ਆ ਕੇ ਫਸਿਆ ਕਿ ਕਰੋਨਾ ਕਾਲ ਤੋਂ ਬਾਅਦ ਸਾਰਾ ਕੁਝ ਖੁੱਲ੍ਹ ਗਿਆ, ਰੇਲ ਗੱਡੀਆਂ ਚੱਲਣ ਲੱਗ ਪਈਆਂ, ਉਦਯੋਗ ਖੁੱਲ੍ਹ ਗਏ, ਫੈਕਟਰੀਆਂ ਖੁੱਲ੍ਹ ਗਈਆਂ, ਸਾਰੇ ਕਾਰੋਬਾਰ ਖੁੱਲ੍ਹ ਗਏ ਅਤੇ ਉਹਦੇ ਨਾਲ ਕੋਲੇ ਦੀ ਖਪਤ ਵੱਧ ਗਈ, ਬਿਜਲੀ ਦੀ ਖਪਤ ਵੱਧ ਗਈ ਅਤੇ ਇਹ ਸੰਕਟ ਇੱਥੋਂ ਪੈਦਾ ਹੋਇਆ। ਪਰ ਬਿਜਲੀ ਦੀ ਸੰਕਟ ਦੇ ਪਿੱਛੇ ਜਿਹੜੀ ਕੋਲੇ ਦੀ ਆਮਦ ਸੀ ਉਹਦੇ ਘਟਣ ਦਾ ਕਾਰਨ ਦੱਸਿਆ ਗਿਆ ਬਰਸਾਤ। ਜਿਹੜੀ ਬਰਸਾਤ ਇਸ ਵਾਰ ਲੰਬੀ ਵੀ ਖਿੱਚ ਗਈ ਥੋੜ੍ਹੀ। ਸੋ ਇਹ ਸਤੰਬਰ ਤੱਕ, ਜਿਹੜੀ ਅਖੀਰ ਦੇ ਤੱਕ ਸਤੰਬਰ ਤੱਕ ਬਰਸਾਤ ਰਹੀ, ਜਾਂ ਅਕਤੂਬਰ ਦੇ ਚੜ੍ਹਦੇ ਤੱਕ ਵੀ ਬਰਸਾਤ ਦਾ ਜਿਹੜਾ ਅਜੇ ਵੀ ਅੰਦਾਜ਼ਾ ਲਾਇਆ ਜਾ ਰਿਹਾ, ਉਸ ਹਵਾਲੇ ਨਾਲ ਜਦੋਂ ਚੈੱਕ ਕੀਤਾ ਗਿਆ ਤਾਂ ਕਹਿੰਦੇ ਜੀ ਜਿਹੜੀਆਂ ਖੁੱਲ੍ਹੀਆਂ ਖਦਾਨਾਂ ਨੇ ਜਿਹੜੀਆਂ ਕੋਲੇ ਦੀਆਂ, ਜਿਹੜੀਆਂ ਤਾਂ ਅੰਡਰਗਰਾਊਂਡ ਨੇ, ਦੂਸਰੀ ਤਰ੍ਹਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਰਾਹੀਂ ਜਾ ਕੇ ਕੋਲਾ ਕੱਢਿਆ ਜਾਂਦਾ, ਉੱਥੋਂ ਕੋਲਾ ਅਜੇ ਵੀ ਨਿਕਲਿਆ। ਪਰ ਜ਼ਿਆਦਾਤਰ ਭਾਰਤੀ ਜਿਹੜਾ ਕੋਲਾ ਹੈ ਉਹ ਖੁੱਲ੍ਹੀਆਂ ਖਦਾਨਾਂ 'ਚੋਂ ਨਿਕਲਦਾ ਅਤੇ ਉੱਥੇ ਅਕਸਰ ਬਰਸਾਤੀ ਮੌਸਮ ਦੇ ਵਿੱਚ ਅੰਦਰ ਪਾਣੀ ਭਰ ਜਾਂਦਾ। ਹਾਦਸੇ ਵੀ ਸਮੇਂ-ਸਮੇਂ ਵਾਪਰਦੇ ਰਹੇ ਨੇ। ਸੋ ਇਸ ਲਈ ਇਹਨਾਂ 3-4 ਮਹੀਨਿਆਂ ਦੇ ਵਿੱਚ ਕੋਲੇ ਦੀ ਆਮਦ ਖੁੱਲ੍ਹੀਆਂ ਖਦਾਨਾਂ 'ਚੋਂ ਘੱਟ ਜਾਂਦੀ ਆ। ਸੋ ਕੋਲੇ ਦੀ ਆਮਦ ਘੱਟ ਗਈ ਅਤੇ ਇਸ ਦੇ ਨਾਲ ਦੇਸ਼ ਦੇ ਵਿੱਚ ਸੰਕਟ ਪੈਦਾ ਹੋ ਗਿਆ। ਪਰ ਜਨਾਬ, ਜਿਹੜੇ ਇੱਕ ਕੰਪਨੀ ਨੇ ਆਪਣੇ ਆਪਣੇ ਗਾਹਕਾਂ ਨੂੰ ਮੈਸੇਜ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਕੋਲੇ ਦਾ ਸੰਕਟ ਹੋ ਸਕਦਾ, ਉਸੇ ਤਰ੍ਹਾਂ ਦਾ ਇੱਕ ਟਵੀਟ ਸਾਬਕਾ ਕਾਂਗਰਸ ਦੇ ਇੱਕ ਮੰਤਰੀ ਨੇ ਕੀਤਾ। ਕਾਂਗਰਸ ਦਾ ਵੱਡਾ ਲੀਡਰ ਆ, ਉਹਨੇ ਵੀ ਇੱਕ ਟਵੀਟ ਕੀਤਾ, ਕਹਿੰਦਾ ਮਾੜਾ ਜਿਹਾ ਧਿਆਨ ਕਰ ਲਿਓ ਜੀ ਕਿ ਇਹ ਕੋਲੇ ਦਾ ਸੰਕਟ ਹੈ ਜਾਂ ਕਿਸੇ ਦੀ ਜੇਬ ਗਰਮ ਕਰਨ ਦਾ ਹੀ ਸਕੀਮ ਆ, ਜੇਬ ਗਰਮ ਕਰਨ। ਭਾਈ ਸਾਹਿਬ, ਚਰਚਾਵਾਂ ਨਿਕਲ ਕੇ ਆਈਆਂ ਉਸੇ ਮੈਸੇਜ ਤੋਂ ਬਾਅਦ, ਉਹਦੇ ਟਵੀਟ ਤੋਂ ਬਾਅਦ। ਜਦੋਂ ਘੋਖ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ ਤਦ ਚਰਚਾਵਾਂ ਨਿਕਲ ਕੇ ਆਈਆਂ ਕਿ ਉਹੀ ਚਿਹਰੇ ਉੱਭਰ ਕੇ ਸਾਹਮਣੇ ਆਏ ਜਿਹੜੇ ਚਿਹਰੇ ਕਿਸਾਨੀ ਸੰਕਟ ਲਈ ਅੱਜ ਕੱਲ੍ਹ ਉੱਭਰੇ ਹੋਏ ਨੇ। ਜੀ ਹਾਂ, ਅਵਾਨੀ ਤੇ ਅਡਾਨੀ, ਸਾਰੀ ਕਹਾਣੀ ਉੱਥੇ ਆ ਕੇ ਮੁੱਕਦੀ ਆ। ਜਦੋਂ ਨੋਟਬੰਦੀ ਹੁੰਦੀ ਆ ਦੇਸ਼ ਦੇ ਵਿੱਚ ਤਦ 500 ਤੇ 1000 ਦਾ ਨੋਟ ਬੰਦ ਕੀਤਾ ਜਾਂਦਾ। ਉਹ ਨੋਟ ਨਾਲ, ਜਿਹੜਾ ਨੋਟ ਬੰਦ ਹੁੰਦਾ 500 ਤੇ 1000 ਦਾ, ਉਸ ਨੋਟ ਨਾਲ ਤੁਸੀਂ ਦਵਾਈ ਨਹੀਂ ਖਰੀਦ ਸਕਦੇ ਸੀ। ਉਸ ਨੋਟ ਨਾਲ ਤੁਸੀਂ ਕਿਸੇ ਵੀ ਆਟਾ ਨਹੀਂ ਖਰੀਦ ਸਕਦੇ ਸੀ, ਕਿਤੋਂ ਦੁੱਧ ਨਹੀਂ ਖਰੀਦ ਸਕਦੇ ਸੀ, ਕਿਤੋਂ ਸਬਜ਼ੀਆਂ ਫਲ ਨਹੀਂ ਖਰੀਦ ਸਕਦੇ ਸੀ। ਕੀ ਖਰੀਦ ਸਕਦੇ ਸੀ? ਤੇਲ ਪਵਾ ਸਕਦੇ ਸੀ ਗੱਡੀ ਦੇ ਵਿੱਚ,
ਮੋਟਰਸਾਈਕਲ 'ਚ ਤੇਲ ਪਵਾ ਸਕਦੇ। ਉਹ 500 ਦਾ ਨੋਟ ਤੇ 1000 ਦਾ ਨੋਟ ਪੈਟਰੋਲ ਪੰਪਾਂ 'ਤੇ ਚੱਲਦਾ ਸੀ, ਤੇ ਪੈਟਰੋਲ ਪੰਪਾਂ 'ਤੇ ਤੇਲ ਕਿਹਦਾ ਆਉਂਦਾ? ਅਵਾਨੀ। ਸੋ ਅਵਾਨੀਆਂ ਦਾ ਤੇਲ ਅਸੀਂ ਉਸ ਸਮੇਂ ਵੀ ਬੰਦ ਨੋਟ ਨਾਲ ਵੀ ਖਰੀਦ ਰਹੇ ਸੀ। ਉਹੀ ਜੀ ਕਹਾਣੀ ਹੁਣ ਸਾਹਮਣੇ ਆ ਰਹੀ ਆ। ਦੇਸ਼ ਦੇ ਵਿੱਚ ਕੋਲੇ ਦੀ ਕਮੀ ਆ, ਕੋਲੇ ਦੀਆਂ ਖਦਾਨਾਂ ਤੋਂ ਪੂਰੀ ਕੋਲਾ ਨਹੀਂ ਮਿਲ ਰਿਹਾ। ਦੇਸ਼ ਭਰ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਬਿਜਲੀ ਸੰਕਟ ਪੈਦਾ ਹੋ ਰਿਹਾ। ਕੇਂਦਰ ਸਰਕਾਰ ਪੱਲਾ ਛਡਾਉਂਦੀ ਨਜ਼ਰ ਆਉਂਦੀ ਹੈ, ਕਹਿੰਦੀ ਸੂਬੇ ਆਪੇ ਦੇਖਣ, ਜਦੋਂ ਕਿ ਕੇਂਦਰ ਦੀ ਜ਼ਿੰਮੇਵਾਰੀ ਆ ਸਾਰਾ ਕੁਛ। ਇੱਕ ਪਾਸੇ ਬਿਜਲੀ ਦੀ ਸਪਲਾਈ ਸਾਰੀ ਪ੍ਰਾਈਵੇਟਕਰਨ ਹੋਣ ਜਾ ਰਿਹਾ। ਪ੍ਰਾਈਵੇਟ ਤੌਰ 'ਤੇ ਇਹੀ ਅਬਾਨੀ, ਅਡਾਨੀ, ਟਾਟਾ ਹੋਰ ਕੰਪਨੀਆਂ ਹਾਇਰ ਕਰ ਰਹੀਆਂ ਨੇ ਸਾਰੇ ਦੇਸ਼ ਦੇ ਵਿੱਚ। ਪਰ ਜਨਾਬ, ਜੇ ਭਾਰਤ ਦੇ ਵਿੱਚ ਕੋਲਾ ਹੀ ਨਾ ਨਿਕਲਿਆ ਤਾਂ ਬਿਜਲੀ ਪੂਰੀ ਤਰ੍ਹਾਂ ਪੈਦਾ ਕਿੰਨੀ ਕੁ ਸੋਲਰ ਤੋਂ ਕੱਢ ਲਓਗੇ, ਕਿੰਨੂ ਕੁ ਦੂਸਰੇ ਜਿਹੜੇ ਸਾਡੇ ਜਿਵੇਂ ਡੈਮ ਨੇ ਉਹਨਾਂ ਤੋਂ ਕੱਢ ਲਓਗੇ। ਤਾਂ ਜ਼ਿਆਦਾਤਰ ਨਿਰਭਰ ਥਰਮਲ ਪਲਾਂਟ ਨੇ ਜਿਹੜੇ ਕੋਲੇ ਨਾਲ ਚੱਲਦੇ ਨੇ, ਅਤੇ ਕੋਲੇ ਨਾਲ ਜੇ ਕੋਲਾ ਹੀ ਨਾ ਹੋਇਆ ਤਾਂ ਕਿੱਥੋਂ ਆਊਗਾ ਕੋਲਾ? ਚਲੋ ਫਿਰ ਕੋਲਾ ਆਸਟ੍ਰੇਲੀਆ ਤੋਂ ਆਊਗਾ। ਆਸਟ੍ਰੇਲੀਆ ਦੇ ਵਿੱਚ ਅਡਾਨੀਆਂ ਦੀਆਂ ਵੱਡੀਆਂ ਖਦਾਨਾਂ ਨੇ। ਜੀ ਹਾਂ, ਤੁਹਾਡੇ ਘਰ ਘਰ ਜੇ ਹੁਣ ਲਾਟੂ ਜਗੂਗਾ ਤਾਂ ਉਹ ਅਡਾਨੀਆਂ ਦਾ ਲਾਟੂ ਹੋਊਗਾ। ਜਾਂ ਇਹ ਕਹਿ ਲਈਏ ਕਿ ਜੇ ਦੇਸ਼ ਦੇ ਵਿੱਚ ਕੋਲਾ ਮੁੱਕੂਗਾ ਤਾਂ ਅਡਾਨੀਆਂ ਦੀ ਜੇਬ ਗਰਮ ਹੋਊਗੀ। ਕਹਿੰਦੇ ਜੀ ਫਿਰ ਆਸਟ੍ਰੇਲੀਆ ਤੋਂ। ਇਹ ਚਰਚਾਵਾਂ ਨੇ, ਉਸ ਕਾਂਗਰਸੀ ਲੀਡਰ ਵੱਲੋਂ ਸ਼ੁਰੂ ਕੀਤੀ ਚਰਚਾ ਹੈ, ਅਤੇ ਜਿਹਦੇ ਵਿੱਚ ਇਸ ਸੁਭਾਵਨਾਵਾਂ ਦਾ ਜਦ ਨਜ਼ਰ ਮਾਰਦੇ ਆ ਤਾਂ ਲੱਗਦਾ ਕਿ ਕਿਤੇ ਇਹੀ ਨਾ ਹੋਵੇ ਕਿ ਸਾਰੇ ਪਾਸੇ ਨੂੰ ਜੇਬ ਉਹਨਾਂ ਦੀ ਉਹ ਗਰਮ ਕਰਨੀ ਆ। 3 ਖੇਤੀ ਕਾਨੂੰਨ ਲਾਗੂ ਹੋ ਜਾਣ ਤਾਂ ਵੀ ਕਹਿੰਦੇ ਉਹਨਾਂ ਦੀ ਜੇਬ ਗਰਮ ਹੋਣੀ ਆ। ਸੋ ਇਸ ਲਈ ਹੁਣ ਗੈਸ ਵੀ ਪ੍ਰਾਈਵੇਟ ਹੈ, ਬੈਂਕ ਵੀ ਪ੍ਰਾਈਵੇਟ, LIC ਵੀ ਪ੍ਰਾਈਵੇਟ, ਅਤੇ ਆਹ ਵੀ ਪ੍ਰਾਈਵੇਟ, ਅਤੇ ਉਹ ਤੋਂ ਬਾਅਦ ਖਦਾਨਾਂ ਵੀ ਉਹਨਾਂ ਦੀਆਂ, ਅਤੇ ਫਿਰ ਜੇਬ ਗਰਮ ਕਿਹਨਾਂ ਦੀ ਹੋਣੀ ਹੈ ਜਨਾਬ? ਮੰਡੀਆਂ ਵੀ ਕਿਸਾਨਾਂ ਦੀ ਉਹਨਾਂ ਨੂੰ ਦੇਣ ਨੂੰ ਤਿਆਰੀ, ਖੇਤ ਵੀ ਉਹਨਾਂ ਨੂੰ ਦੇਣ ਨੂੰ ਤਿਆਰੀ, ਤਾਂ ਫਿਰ ਜੇਬ ਗਰਮ ਕਿਹਦੀ ਹੋਣੀ? ਪਰ ਸੰਕਟ ਪੰਜਾਬ ਲਈ ਵੀ ਵੱਡਾ ਹੈਗਾ। ਪੰਜਾਬ ਸੰਕਟ ਦੀ ਜੇਕਰ ਮੈਂ ਗੱਲ ਕਰਾਂ ਤਾਂ ਓਵਰਆਲ ਨਿਗਾਹ ਮਾਰ ਲੈਣ। ਬੇਸ਼ੱਕ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਸੀਂ ਇੱਥੇ ਕਿਸੇ ਵੀ ਹਾਲ ਦੇ ਵਿੱਚ ਬਲੈਕਆਊਟ ਨਹੀਂ ਹੋਣ ਦਿਆਂਗੇ, ਕਿਉਂਕਿ ਸਾਡੇ ਕੋਲ ਛੋਟੇ ਛੋਟੇ ਜਿਹੜੇ ਨੰਗਲ ਡੈਮ ਸਭ ਤੋਂ ਬੜਾ, ਉਹ ਤੋਂ ਬਾਅਦ ਬਾਕੀ ਛੋਟੀਆਂ ਵੀ ਸਾਡੇ ਕੋਲ ਹੈਗੇ ਨੇ ਜਿੱਥੇ ਚੱਲਦੀਆਂ ਨੇ ਸਾਡੀਆਂ, ਉਹਦੇ ਰਾਹੀਂ ਪਾਣੀ ਰਾਹੀਂ ਬਿਜਲੀ ਪੈਦਾ ਹੁੰਦੀ ਹੈ। ਜਾਂ ਦੂਸਰੇ ਪਾਸੇ ਤੁਸੀਂ ਕਹਿ ਲਓ ਥੋੜ੍ਹੀ ਸੋਲਰ ਵਾਲੀ ਵੀ ਹੈਗੀ ਆ, ਪਰ ਉਹਦੇ ਨਾਲ ਘਰ ਨਹੀਂ ਪੂਰਾ ਹੁੰਦਾ। ਇਸ ਲਈ ਸਾਨੂੰ ਹੁਣ ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਆ। ਹਾਂ, ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਆ, ਕੱਟ ਲਗਾਤਾਰ ਲੱਗ ਰਹੇ, ਦੇ ਕਾਰਨ ਲੋਕ ਪਰੇਸ਼ਾਨ ਨੇ। ਲੋਕ ਪੰਜਾਬ ਦੀ ਸਥਿਤੀ ਸਮਝੋ, 4 ਕੁ ਦਿਨ ਦਾ ਕੋਲਾ ਲਗਭਗ ਹੈਗਾ, ਕਹਿੰਦੇ ਕਿਸੇ ਕੋਲ 1 ਦਿਨ ਦਾ, ਕਿਸੇ ਕੋਲ 8 ਘੰਟਿਆਂ ਦਾ, ਕਿਸੇ ਕੋਲ 1.5 ਦਿਨ ਦਾ। ਪੰਜਾਬ ਦੀ ਸਥਿਤੀ ਵੀ ਕੁਝ ਦੇਸ਼ ਤੋਂ ਵੱਖਰੀ ਨਹੀਂ ਹੈ। ਇਸ ਮੌਕੇ ਲਗਾਤਾਰ ਬਿਜਲੀ ਉਤਪਾਦਨ ਗਿਰ ਰਿਹਾ, ਅੱਧੇ ਤੋਂ ਥੱਲੇ ਆ ਗਿਆ, ਅਤੇ ਡਿਮਾਂਡ ਲਗਾਤਾਰ ਵੱਧ ਰਹੀ ਹੈ। ਜਿਵੇਂ ਆਪਾਂ ਕਿਹਾ ਕਿ ਸਾਰਾ ਕੁਛ ਖੁੱਲ੍ਹਦਾ ਜਾ ਰਿਹਾ। ਜਿਸ ਸਮੇਂ ਪੰਜਾਬ ਦੇ ਵਿੱਚ ਡਿਮਾਂਡ 7,000 ਮੈਗਾਵਾਟ ਦੀ ਹੁੰਦੀ ਸੀ, ਉਸ ਸਮੇਂ ਅੱਜ ਦੀ ਜਿਹੜੀ ਡਿਮਾਂਡ ਹੈ ਉਹ 8,000 ਤੋਂ ਉੱਪਰ ਚੱਲ ਰਹੀ ਆ। 8,000, 8500, 8300, 8800 ਤੱਕ ਵੀ ਜਾ ਰਹੀ ਆ। ਇਸ ਢੰਗ ਨਾਲ ਚੱਲ ਰਹੀ ਆ, ਅਤੇ ਸਾਡੇ ਕੋਲ ਕੋਲਾ ਕਾਫੀ ਘੱਟ ਆ। ਪੰਜਾਬ ਦੇ ਵਿੱਚ ਇਸ ਮੌਕੇ ਕਹਿੰਦੇ 8,000 ਤੋਂ ਲੈ ਕੇ 8500 ਤੱਕ, 8300, 8400 ਐਵਰੇਜ ਨਿਕਲ ਕੇ ਆ ਰਹੀ ਹੈ ਜਿਹੜੀ ਮੈਗਾਵਾਟ ਦੀ ਡਿਮਾਂਡ ਆ ਪ੍ਰਤੀ ਦਿਨ, 1 ਦਿਨ ਦੀ। ਸੋ ਇਸ ਹਿਸਾਬ ਨਾਲ ਸਾਡੇ ਕੋਲ ਬਿਜਲੀ ਦਾ ਉਤਪਾਦਨ ਆ ਜਿਹੜਾ ਉਹ ਆਪਣਾ ਉਹ 1500 ਮੈਗਾਵਾਟ ਤੱਕ ਗਿਰ ਚੁੱਕਿਆ, ਅਤੇ ਅਸੀਂ ਲਗਾਤਾਰ ਇਹਦੀ ਕਮੀ ਹੈ ਇੰਨੇ ਦੀ, ਅਤੇ ਅਸੀਂ ਬਾਹਰੋਂ ਜਦੋਂ ਖਰੀਦਦੇ ਹਾਂ ਤਾਂ ਉਹਦੇ ਨਾਲ ਸਾਨੂੰ 11 ਰੁਪਏ 60 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦਣਾ ਪੈ ਰਿਹਾ। ਇੰਨੀ ਮਹਿੰਗੀ ਬਿਜਲੀ ਸਾਨੂੰ ਖਰੀਦਣੀ ਪੈ ਰਹੀ ਹੈ। 1800 ਮੈਗਾਵਾਟ ਬਿਜਲੀ ਐਤਵਾਰ ਨੂੰ ਖਰੀਦੀ ਗਈ, ਅਤੇ 11 ਰੁਪਏ 60 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦੀ ਗਈ। ਸੋ ਕੋਲੇ ਦੀ ਕਮੀ ਦਾ ਹੋਣਾ, ਉਹਦੇ ਕਾਰਨ ਬਿਜਲੀ ਸਾਡੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਉੱਤੇ ਨਵਜੋਤ ਸਿੱਧੂ ਨੇ ਵੀ ਸਵਾਲ ਖੜ੍ਹੇ ਕੀਤੇ। ਹੁਣ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਵਾਲ ਨੇ, ਜਾਂ ਫਿਰ ਇਹ ਕਹਿ ਲਈਏ ਕਿ ਇੱਕ ਵਾਰ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ 'ਤੇ ਸਵਾਲ ਨੇ, ਪਰ ਕਿਤੇ ਨਾ ਕਿਤੇ ਸਵਾਲ ਤਾਂ ਹੈਗੇ। ਰੋਪੜ ਵਾਲਾ ਅਤੇ ਲਹਿਰਾ ਮੁਹੱਬਤ ਵਾਲਾ 8 ਤੋਂ 5 ਜਿਹੜੇ ਨੇ, ਅਤੇ ਪ੍ਰਾਈਵੇਟ ਰਾਜਪੁਰਾ, ਤਲਵੰਡੀ ਸਾਬੋ, ਇਹਨਾਂ ਦੇ ਵੀ 7 ਤੋਂ 5 ਯੂਨਿਟ ਨੇ ਉਹ ਚੱਲ ਰਹੇ। ਸੋ 8 ਦੇ ਵਿੱਚੋਂ 5 ਚੱਲ ਰਹੇ ਨੇ, ਕਿਸੇ ਦੇ 7 ਚੋਂ 5 ਚੱਲ ਰਹੇ ਨੇ, ਕਿਸੇ ਦੇ 4 ਬੰਦ ਨੇ, ਕਿਸੇ ਦੇ 3 ਬੰਦ ਨੇ। ਸੋ ਇਹ ਸਥਿਤੀ ਆ। ਸੋ ਇਸ ਲਈ ਪੰਜਾਬ ਦੀ ਸਥਿਤੀ ਨੂੰ ਲੈ ਕੇ ਜਿਹੜੀ ਚਿੰਤਾ ਹੈ ਉਹੀ ਦੇਸ਼ ਦੀ ਸਥਿਤੀ ਨੂੰ ਲੈ ਕੇ ਚਿੰਤਾ ਹੈ। ਪਰ ਇਹਦੇ ਵਿੱਚੋਂ ਇੱਕ ਖੇਲ ਜਿਹੜਾ ਨਜ਼ਰ ਆਇਆ, ਉਹ ਚਿੰਤਾਜਨਕ ਖੇਲ ਇਹੀ ਨਜ਼ਰ ਆਇਆ ਕਿ ਕਿਤੇ ਜਨਾਬੇ ਅਡਾਨੀਆਂ ਦਾ ਕੋਲਾ ਵੇਚਣ ਦਾ ਖੇਡ ਤਾਂ ਨਹੀਂ। ਚਲੋ, ਵਿਕਤਾ ਦੇਸ਼ 'ਚ ਬਹੁਤ ਕੁਛ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦਾ ਨਾਂ ਬਹੁਤ ਵਿਕਦਾ ਹੈ। ਜੀ ਹਾਂ, ਇੱਕ ਦੌਰ ਰਿਹਾ ਦੇਸ਼ ਦੇ ਵਿੱਚ ਕਿ ਇਸ ਧਰਤੀ ਤੋਂ ਚਲੇ ਗਏ ਲੀਡਰਾਂ ਦੇ ਨਾਮ ਦੇ ਉੱਤੇ ਯੋਜਨਾਵਾਂ ਦੇ ਨਾਮ, ਥਾਵਾਂ ਦੇ ਨਾਮ, ਚਾਹੇ ਉਹ ਸਕੂਲ ਹੋਣ, ਚਾਹੇ ਹਸਪਤਾਲ ਹੋਣ, ਚਾਹੇ ਸਟੇਡੀਅਮ ਹੋਣ, ਚਾਹੇ ਕੋਈ ਲਾਂਚ ਕਰਨੀ ਹੋਵੇ ਸਰਕਾਰ ਨੇ ਕਲਿਆਣ ਯੋਜਨਾ, ਸਕੀਮ ਯੋਜਨਾ, ਉਹ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ, ਸਾਬਕਾ ਰਾਸ਼ਟਰਪਤੀਆਂ ਦੇ, ਜਾਂ ਵੱਡੇ ਲੀਡਰਾਂ ਦੇ, ਜਾਂ ਵੱਡੇ ਦੇਸ਼ ਦੇ ਆਦਰਸ਼ ਚਿਹਰਿਆਂ ਦੇ, ਉਹਨਾਂ ਦੇ ਨਾਂ 'ਤੇ ਹੁੰਦੀਆਂ ਰਹੀਆਂ। ਪਰ ਮਾਇਆਵਤੀ ਨੇ ਨਵਾਂ ਹੀ ਢੰਗ ਬਦਲਤਾ ਸੀ, ਲਾ ਦਿਓ ਆਪਣੇ ਹੀ ਹਾਥੀ ਸਾਰੇ। ਅਤੇ ਨਰਿੰਦਰ ਮੋਦੀ ਜੀ ਉਹ ਤੋਂ ਵੀ ਗਾਹਾਂ ਲੰਘ ਗਏ, ਆਪਣੇ ਨਾਂ 'ਤੇ ਆਪ ਇਹ ਸਟੇਡੀਅਮ ਰੱਖ ਲਿਆ, ਸਟੇਡੀਅਮ ਦਾ ਨਾਂ ਹੀ ਆਪਣੇ ਨਾਂ 'ਤੇ ਰੱਖ ਲਿਆ। ਸੋ ਇਹ ਨਵੀਂ ਪਿਰਤ ਪਈ।
ਪਰ ਜਨਾਬ ਕੱਲਾ ਸਟੇਡੀਅਮ ਥੋੜਾ, ਇੱਥੇ ਤੱਕ ਕਿੰਨੀਆਂ ਹੀ ਯੋਜਨਾਵਾਂ ਨੇ ਜਿਹੜੀਆਂ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਚੱਲਦੀਆਂ। ਸੋ ਲਓ ਕੁਝ ਜ਼ਿਕਰ ਕਰ ਲੈਂਦੇ ਹਾਂ। ਅਸਲ 'ਚ ਮੈਂ ਇੱਕ ਲੇਖ ਪੜ੍ਹ ਰਿਹਾ ਸੀਗਾ, ਅਨਿਲ ਜੈਨ ਹੋਰੀ ਦੇ ਨਾਮ ਦੇ ਹੇਠ ਛਪਿਆ ਲੇਖ ਸੀ। ਜਦੋਂ ਮੈਂ ਲੇਖ ਪੜ੍ਹਦਾ ਤਾਂ ਉਹਦੇ ਵਿੱਚ ਉਹ ਹਵਾਲਾ ਦਿੰਦੇ ਨੇ, ਕਹਿੰਦੇ ਹੁਣ ਉਲਟੀ ਗੰਗਾ ਵਹਿ ਰਹੀ ਆ। ਪਹਿਲਾਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਸਵਰਗੀ ਪ੍ਰਧਾਨ ਮੰਤਰੀ ਨਾਂ 'ਤੇ ਚੀਜ਼ਾਂ ਰੱਖੀਆਂ ਜਾਂਦੀਆਂ ਸੀ, ਹੁਣ ਆਪਣੇ ਨਾਂ 'ਤੇ ਆਪ ਹੀ ਰੱਖ ਲੈਂਦੇ ਨੇ। ਸੋ ਇਸ ਵਾਰ ਪ੍ਰਚਾਰ ਕਰਨ ਦਾ ਤਰੀਕਾ ਬੀਜੇਪੀ ਨੇ ਬਦਲਿਆ ਅਤੇ ਜ਼ਿਆਦਾਤਰ ਸਾਰੀਆਂ ਯੋਜਨਾ ਨਰਿੰਦਰ ਮੋਦੀ ਦੀ ਫੋਟੋ ਲਾ ਕੇ PM ਯੋਜਨਾ ਦੇ ਨਾਂ 'ਤੇ ਚਲਾਈਆਂ ਕਿ ਸਾਰੀਆਂ ਯੋਜਨਾਵਾਂ 'ਚ ਪ੍ਰਧਾਨ ਮੰਤਰੀ ਦਾ ਜ਼ਿਕਰ। ਪਹਿਲਾਂ ਯੋਜਨਾਵਾਂ 'ਤੇ ਨਜ਼ਰਸਾਨੀ ਕਰਦੇ ਹਾਂ। ਅਸਲ 'ਚ ਜਿਵੇਂ ਇੰਦਰਾ ਦੇ ਨਾਂ 'ਤੇ ਬਹੁਤ ਯੋਜਨਾਵਾਂ ਚੱਲੀਆਂ, ਇੰਦਰਾ ਆਵਾਸ ਯੋਜਨਾ, ਫਿਰ ਜਿਹੜੇ ਰਾਜੀਵ ਗਾਂਧੀ ਖੇਡ ਰਤਨ ਅਜੇ ਬਹੁਤ ਚੱਲੇ, ਨਹਿਰੂ ਦੇ ਨਾਂ 'ਤੇ ਬਹੁਤ ਯੋਜਨਾਵਾਂ ਚੱਲੀਆਂ। ਸੋ ਇਹਨਾਂ ਨਾਮਾਂ ਤੋਂ ਜਦੋਂ ਨਰਿੰਦਰ ਮੋਦੀ ਹੋਰਾਂ ਨੂੰ ਮੁਸਕ ਆਉਣ ਲੱਗੀ ਤਾਂ ਉਹਨਾਂ ਨੇ ਇਹ ਸਾਰੇ ਨਾਂ ਹਟਾਏ, ਪਰ ਆਪਣੇ ਨਾਂ 'ਚ ਉਹਨਾਂ ਨੂੰ ਪਤਾ ਨਹੀਂ ਕਿਹੜੀ ਮਹਿਕ ਆਉਂਦੀ ਸੀ ਕਿ ਆਪਣਾ ਹੀ ਨਾਂ ਚੱਲੇ, ਹੋਰ ਕਿਸੇ ਆਪਣੇ ਹੀ ਸਾਥੀ ਦਾ, ਆਪਣੇ ਹੀ ਸੀਨੀਅਰ ਦਾ ਨਾਂ ਵੀ। ਹਾਂ, ਅਟਲ ਜੀ ਦੇ ਨਾਂ 'ਤੇ ਇੱਕ ਦੋ ਯੋਜਨਾ ਜ਼ਰੂਰ ਚਲਾਈ, ਪਰ ਉਹ ਕਿੰਨੀ ਕੁ ਚਰਚਾ 'ਚ ਤੁਸੀਂ ਜਾਣਦੇ ਹੀ ਆ। ਇੱਧਰ ਆਪਣੇ ਨਾਂ 'ਤੇ ਦੇਖੋ, PM ਆਵਾਸ ਯੋਜਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੁੰਦੀ ਹੈ ਨਾਲ, ਅਤੇ ਲਿਖਿਆ ਉਹਦਾ ਨਾਂ ਰੱਖਿਆ PM ਆਵਾਸ ਯੋਜਨਾ। ਉਹ ਕਰੋਨਾ ਦੇ ਦੌਰਾਨ ਆਪਣਾ ਹੀ ਪ੍ਰਾਈਵੇਟ ਇੱਕ ਫੰਡ ਖੋਲ੍ਹ ਲਿਆ, ਆਪਣਾ ਹੀ ਡੱਬਾ ਰੱਖ ਲਿਆ, ਉਹ PM ਕੋਵਿਡ ਫੰਡ ਬਣਾ ਲਿਆ। ਤਾਂ ਹਿਸਾਬ ਕਿਤਾਬ ਹੀ ਨਹੀਂ, ਆਪ ਇਹ ਮੈਂਬਰ ਨੇ, ਉਹ 'ਚ ਰਾਜਨਾਥ ਵੀ ਮੈਂਬਰ, ਉਹ 'ਚ ਅਮਿਤ ਸ਼ਾਹ ਵੀ ਮੈਂਬਰ, ਉਹ 'ਚ ਨਿਰਮਲਾ ਸੀਤਾਰਮਨ ਵੀ ਮੈਂਬਰ, ਅਤੇ ਹਿਸਾਬ ਨਹੀਂ ਲੈ ਸਕਦੇ ਤੁਸੀਂ RTI ਤਹਿਤ ਜੀ ਕਿ ਕਿੰਨਾ ਪੈਸਾ ਆਇਆ, ਕਿੱਥੇ ਖਰਚਿਆ, ਹਿਸਾਬ ਨਾ ਮੰਗੋ, ਕਿਉਂਕਿ ਘਰ ਦਾ ਹੀ ਪੈਸਾ। ਸੋ ਲੋਕਾਂ ਨੇ ਦਾਨ ਕੀਤਾ ਪੈਸਾ ਵੀ ਇਸ ਤਰ੍ਹਾਂ ਖਾਤੇ 'ਚ ਗਿਆ ਤਾਂ ਸਵਾਲ ਉੱਠਣੇ ਸ਼ੁਰੂ ਹੋਏ। ਪਰ ਇੱਧਰ ਯੋਜਨਾਵਾਂ ਦੇਖੋ ਕਿਹੜੀਆਂ ਕਿਹੜੀਆਂ ਚੱਲਦੀਆਂ ਮੋਦੀ ਦੇ ਨਾਂ 'ਤੇ। PM ਆਵਾਸ ਯੋਜਨਾ PM ਪੋਸ਼ਣ ਯੋਜਨਾ, ਬੱਚਿਆਂ ਨੂੰ ਸਕੂਲੀ ਖਾਣਾ ਦੇਣ ਵਾਲੀ ਯੋਜਨਾ ਵੀ ਆਪਣੇ ਨਾਂ 'ਤੇ ਕੀਤੀ। ਫਿਰ ਉਸ ਤੋਂ ਬਾਅਦ ਜੀ 5 ਕਿਲੋ ਅਨਾਜ ਦਿੰਦੇ ਨੇ, ਜਿੱਥੇ ਦਾਲ ਖਾਂਦੇ ਨੇ ਲੋਕ ਉੱਥੇ 2 ਕਿਲੋ ਦਾਲ ਦਿੰਦੇ ਨੇ, ਨਾਲ ਚੌਲ ਦੇ ਦਿੰਦੇ ਨੇ ਜਾਂ ਕਣਕ ਦੇ ਦਿੰਦੇ ਨੇ। ਕਣਕ ਵਾਲੀ ਥਾਵਾਂ 'ਤੇ ਕਣਕ ਹੈ ਅਤੇ ਚੌਲਾਂ ਦੀ ਥਾਂ 'ਤੇ ਚੌਲ ਨੇ। ਸੋ 5 ਕਿਲੋ ਅਨਾਜ, 1 ਕਿਲੋ ਦਾਲ, ਇਹ ਯੋਜਨਾ ਜਿਹੜੀ ਹੈ ਇਹਦੇ ਵਿੱਚ ਵੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ। ਫਿਰ ਜੀ ਇਸੇ ਤਰ੍ਹਾਂ ਦੇਸ਼ ਦੇ ਵਿੱਚ ਕਿਸਾਨਾਂ ਦੇ ਨਾਂ 'ਤੇ ਯੋਜਨਾ ਚਲਾਈ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਫਿਰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ, ਫਿਰ ਭਾਰਤ ਬੰਦਨਾ ਯੋਜਨਾ, ਫਿਰ ਜਨ ਧਨ ਯੋਜਨਾ ਫਿਰ ਉਜਵਾਲਾ ਯੋਜਨਾ। ਪਤਾ ਨਹੀਂ ਕਿੰਨੀਆਂ ਯੋਜਨਾਵਾਂ ਨੇ। 7-8 ਯੋਜਨਾਵਾਂ ਦਾ ਜ਼ਿਕਰ ਅਨਿਲ ਜੈਨ ਸਾਹਿਬ ਨੇ ਜਦੋਂ ਕੀਤਾ ਤਾਂ ਮੈਨੂੰ ਲੱਗਿਆ ਕਿ ਇਹਦੇ ਵਿੱਚ ਇੱਕ ਯੋਜਨਾ ਦਾ ਜ਼ਿਕਰ ਕਰਨਾ ਭੁੱਲ ਗਏ ਪ੍ਰਧਾਨ ਮੰਤਰੀ ਜੀ। ਸੋ ਯੋਜਨਾ ਉਹਨਾਂ ਨੂੰ ਛੇਤੀ ਸ਼ੁਰੂ ਕਰ ਲੈਣੀ ਚਾਹੀਦੀ ਆ ਜਾਂ ਨਾਂ ਦੇ ਦੇਣਾ ਚਾਹੀਦਾ। ਯੋਜਨਾ ਤਾਂ ਚੱਲ ਰਹੀ ਹੈ ਜੀ। ਹਾਂ, ਪੈਟਰੋਲ 100 ਦੇ ਪਾਰ, ਡੀਜ਼ਲ 100 ਦੇ ਪਾਰ, ਸਿਲੰਡਰ 1000 ਦੇ ਪਾਰ। ਹੁਣ ਇਹ ਚੀਜ਼ਾਂ ਜਦੋਂ ਮਹਿੰਗੀਆਂ ਹੁੰਦੀਆਂ ਨੇ, ਹੁਣ ਬਿਜਲੀ ਮਹਿੰਗੀ ਹੋਣ ਦੀ ਤਿਆਰੀ 'ਚ ਆ। ਇੱਧਰ ਸਾਰਾ ਕੁਝ ਰੇਟ ਮਹਿੰਗਾ ਹੁੰਦਾ। ਜਦੋਂ ਬਿਜਲੀ ਮਹਿੰਗੀ ਹੋਏਗੀ, ਪੈਟਰੋਲ ਮਹਿੰਗਾ ਹੋਏਗਾ, ਡੀਜ਼ਲ ਮਹਿੰਗਾ ਹੋਏਗਾ, ਤਾਂ ਉਹਦੇ ਨਾਲ ਨਾਲ ਤੁਹਾਡੀਆਂ ਖਾਣ ਪੀਣ ਵਾਲੀ ਚੀਜ਼ਾਂ ਦੇ ਰੇਟ ਮਹਿੰਗਾ ਹੋਣਗੇ, ਟਰਾਂਸਪੋਰਟ ਦੇ ਰੇਟ ਮਹਿੰਗਾ ਹੋਣਗੇ। ਸੋ ਲਗਾਤਾਰ ਉਹਨਾਂ ਦੀ ਮਹਿੰਗਾਈ ਦੇਸ਼ ਦੇ ਵਿੱਚ ਜਿਸ ਕਦਰ ਮਹਿੰਗਾਈ ਆ, ਕਿਸੇ ਸਮੇਂ ਸਮ੍ਰਿਤੀ ਇਰਾਨੀ ਗਲ 'ਚ ਟਮਾਟਰ ਪਾ ਕੇ ਘੀਆ ਤੋਰੀ ਕੱਦੂ ਪੇਠੇ ਪਾ ਕੇ ਬੈਠ ਗਈ ਸੀ ਧਰਨੇ 'ਤੇ ਕਿ ਹਾਏ ਹਾਏ ਸਿਲੰਡਰ ਨੇ ਜਾਨ ਲੈ ਲਈ। ਹੁਣ ਸ਼ਾਇਦ ਉਹ ਸਿਲੰਡਰ ਹੀ ਨਹੀਂ ਬਾਲਦੇ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਗਾ। ਸੋ ਇਸ ਮੌਕੇ ਪਿਛਲੇ ਇਸ ਦੌਰਾਨ ਦੇ ਵਿੱਚ ਲਗਾਤਾਰ ਜਿਸ ਢੰਗ ਨਾਲ ਪੈਟਰੋਲ ਡੀਜ਼ਲ ਮਹਿੰਗਾ ਹੋ ਰਿਹਾ। ਕੱਲ੍ਹ ਚੰਡੀਗੜ੍ਹ 'ਚ ਮੈਂ ਦੇਖ ਰਿਹਾ ਸੀਗਾ, ਇੱਕ ਬੰਦੇ ਨੇ ਮੂੰਹ 'ਤੇ ਮਖੌਟਾ ਲਾਇਆ ਨਰਿੰਦਰ ਮੋਦੀ ਦੀ ਫੋਟੋ ਵਾਲਾ, ਹੱਥ 'ਚ ਬੈਟ ਫੜਿਆ, ਕਿਉਂਕਿ IPL ਵੀ ਚੱਲ ਰਿਹਾ ਅਤੇ ਉੱਧਰ ਪੈਟਰੋਲ ਡੀਜ਼ਲ ਵੀ ਚੱਲ ਰਿਹਾ। ਸੋ ਪੰਪਾਂ ਦੇ ਬਾਹਰ ਖੜਾ ਕਰ ਰਿਹਾ ਸੀ, ਅਸੀਂ ਸੈਂਚਰੀ ਮਾਰਤੀ, ਅਸੀਂ ਸੈਂਚਰੀ ਮਾਰਤੀ। ਲੋਕਾਂ ਨੇ ਸਮਝਾਇਆ ਕਿ ਭਾਈ ਚੰਡੀਗੜ੍ਹ 'ਚ ਅੱਜ ਸੈਂਚਰੀ ਵੱਜੀ ਆ, ਬਾਕੀ ਸੂਬਿਆਂ 'ਚ ਤਾਂ ਪੈਟਰੋਲ ਪਹਿਲਾਂ ਹੀ ਸੈਂਚਰੀ ਮਾਰ ਚੁੱਕਿਆ, ਹੁਣ ਤਾਂ ਡੀਜ਼ਲ ਵੀ ਸੈਂਚਰੀ ਮਾਰ ਗਿਆ। ਸੋ ਇਸ ਲਈ ਇਹ ਸੈਂਚਰੀਆਂ ਦੀ ਸਥਿਤੀ ਤੋਂ ਇੱਥੋਂ ਸਮਝ ਆਉਂਦੀ ਆ। ਅਤੇ ਇਹ ਯੋਜਨਾਵਾਂ ਜਦੋਂ ਇਸ ਕਦਰ ਦੇਸ਼ ਦੇ ਵਿੱਚ ਮਹਿੰਗਾਈ ਹੋਵੇ ਕਿ ਪੈਟਰੋਲ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੋਵੇ, ਡੀਜ਼ਲ ਚੁੱਲ੍ਹਾ ਮੰਗਣਾ ਔਖਾ ਹੋ ਰਿਹਾ ਹੋਵੇ, ਤਾਂ ਪ੍ਰਧਾਨ ਮੰਤਰੀ ਜੀ ਇੱਕ PM ਮਹਿੰਗਾਈ ਯੋਜਨਾ ਨਾਂ 'ਤੇ ਵੀ ਯੋਜਨਾ ਚਲਾ ਦਿਓ। ਇਹ ਯੋਜਨਾ ਤੁਸੀਂ ਭੁੱਲ ਗਏ ਹੋ। PM ਮਹਿੰਗਾਈ ਯੋਜਨਾ ਮੇਰਾ ਖਿਆਲ ਦੇਸ਼ ਦੇ ਵਿੱਚ ਚੱਲ ਰਹੀ ਆ, ਬਸ ਮੋਦੀ ਜੀ ਆਪਣੀ ਫੋਟੋ ਲਾਉਣੀ ਭੁੱਲ ਗਏ। ਸੋ ਉਹਦੇ ਪਰ ਵੀ ਫੋਟੋ ਲਾ ਲਓ। ਯੋਜਨਾਵਾਂ ਹੁੰਦੀਆਂ ਹੀ ਵੋਟਾਂ ਲੈ ਲੈਣੀ ਨੇ ਜਨਾਬ। ਸੋ ਇੱਧਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਨੇ ਵੀ ਪਿੰਡਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਆ। NRI ਬੇਸ਼ੱਕ ਲੰਮੇ ਸਮੇਂ ਤੋਂ ਇਹਨਾਂ ਚੀਜ਼ਾਂ ਦੀ ਮੰਗ ਵੀ ਚੱਲੀ ਆ ਰਹੀ ਸੀ, ਪਰ ਉਹ ਕਿੰਨੀ ਕੁ ਧਰਾਤਲ 'ਤੇ ਉਤਰਨਗੀਆਂ ਦੇਖਣ ਵਾਲੀ ਗੱਲ ਹੋਏਗੀ। ਕੈਬਨਿਟ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਨੇ, ਖਾਸ ਕਰਕੇ ਲਾਲ ਲਕੀਰ ਨੂੰ ਲੈ ਕੇ। ਲਾਲ ਲਕੀਰ ਦੇ ਘੇਰੇ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਕਬਜ਼ੇ ਚੱਲੀ ਜਾਂਦੇ ਨੇ ਅਤੇ ਉਸੇ ਤਰ੍ਹਾਂ ਮਕਾਨ ਐਂ ਅੱਗੇ ਤੋਂ ਅੱਗੇ ਚੱਲੀ ਜਾਂਦੇ ਨੇ, ਨਾ ਨਹੀਂ ਚੜ੍ਹੇ।
ਚਰਨਜੀਤ ਚੰਨੀ ਉਹਨਾਂ ਨੇ ਕਿਹਾ ਕਿ ਸਾਡਾ ਜੱਦੀ ਪੁਸਤੈਨੀ ਮਕਾਨ ਵੀ ਮੇਰੇ ਬਾਪੂ ਦੇ ਨਾਂ ਤੇ ਨਹੀਂ ਹੈਗਾ ਅਜੇ ਤੱਕ। ਸੋ ਇਸ ਲਈ ਉਹ ਕਹਿੰਦੇ ਕਿ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਬੰਦਿਆਂ ਨੂੰ ਅਸੀਂ ਹੁਣ ਆਪਣੇ ਘਰਾਂ ਦੇ ਮਾਲਕ ਬਣਾਵਾਂਗੇ ਤੇ ਮੇਰਾ ਘਰ ਮੇਰੇ ਨਾਮ, ਇਸ ਤਰ੍ਹਾਂ ਦੀ ਯੋਜਨਾ ਉਹਨਾਂ ਨੇ ਵੀ ਚਲਾਈ ਹੈ ਜੀ ਹੁਣ, ਕਿਉਂਕਿ ਉਹਨਾਂ ਨੇ ਵੀ ਤਾਂ ਆਪਣੀਆਂ ਫੋਟੋਆਂ ਲਾਉਣੀਆਂ ਨੇ। ਹੁਣ ਕੈਪਟਨ ਦੀਆਂ ਫੋਟੋਆਂ ਤਾਂ ਲਹਾਤੀਆਂ ਜਿਹੜੀਆਂ ਬੱਸਾਂ ਦੇ ਮਗਰ ਲਟਕਦੀਆਂ ਹੁੰਦੀਆਂ ਸੀਗੀਆਂ। ਸੋ ਹੁਣ ਅਗਲੇ ਨੇ ਆਪਣਾ ਵੀ ਪ੍ਰਚਾਰ ਕਰਨਾ। ਅਸਲ ਦੇ ਵਿੱਚ ਚੋਣ ਪ੍ਰਚਾਰ ਦੇ ਲਈ, ਇਸ਼ਤਿਹਾਰਬਾਜ਼ੀ ਦੇ ਲਈ, ਵਿਗਿਆਪਨ ਦੇਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਖਾਸਾ ਪੈਸਾ ਨਾ ਖਜ਼ਾਨੇ 'ਚੋਂ ਪਾਸ ਕਰਾ ਲਿਆ ਸੀ ਮਨਪ੍ਰੀਤ ਬਾਦਲ ਤੋਂ, ਪਰ ਖਰਚਣ ਦਾ ਟਾਈਮ ਹੀ ਨਹੀਂ ਮਿਲਿਆ, ਛੁੱਟੀ ਹੋ ਗਈ। ਹੁਣ ਖਰਚਣ ਦਾ ਟਾਈਮ ਚਰਨਜੀਤ ਚੰਨੀ ਹੋਰਾਂ ਨੂੰ ਮਿਲਿਆ। ਯੋਜਨਾ ਲਿਆਉਣਗੇ ਤੇ ਪੈਸਾ ਵੀ ਲਾਉਣਗੇ ਤੇ ਅਖਬਾਰਾਂ 'ਚ ਇਸ਼ਤਿਹਾਰ ਵੀ ਛਪਾਉਣਗੇ। ਸੋ ਇਸ ਨਾਤੇ ਹੁਣ ਉਹਨਾਂ ਨੇ ਪਹਿਲੀ ਯੋਜਨਾ ਲਿਆਂਦੀ ਲਾਲ ਲਕੀਰ ਵਾਲੀ, ਕਿ ਲਾਲ ਲਕੀਰ ਦੇ ਘੇਰੇ ਦੇ ਅੰਦਰ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਨੂੰ ਉਹਨਾਂ ਦਾ ਨਾਮ ਮਿਲੇ, ਉਹਨਾਂ ਦੇ ਨਾਮ ਹੋਵੇ। ਇਸ ਲਈ ਉਹ ਕਹਿੰਦੇ ਕਿ ਅਸੀਂ ਇੱਕ ਹਵਾਈ ਸਰਵੇਖਣ ਕਰਾਵਾਂਗੇ ਡਰੋਨ ਦੇ ਰਾਹੀਂ, ਤੇ ਉਹਦੇ ਰਾਹੀਂ ਸਰਵੇਖਣ ਕਰਾ ਕੇ ਇੱਕ ਨਕਸ਼ਾ ਤਿਆਰ ਕਰਾਂਗੇ। ਉਹ ਪਿੰਡਾਂ ਦੇ ਵਿੱਚ ਨਕਸ਼ਾ ਲੱਗ ਜੂਗਾ ਤੇ 15 ਦਿਨਾਂ 'ਚ ਕੋਈ ਇਤਰਾਜ਼ ਨਹੀਂ ਪਾਈ ਉਹਦੇ ਪਰ ਇਤਰਾਜ਼ ਤੇ ਆ ਜਾਓ, ਨਹੀਂ ਜਿਹੜੇ ਬੰਦੇ ਦੇ ਕੋਲ ਕਬਜ਼ਾ ਹੈਗਾ ਜਿਹੜੀ ਥਾਂ ਦਾ ਤੇ ਜਿੱਥੇ ਬੰਦਾ ਰਹਿੰਦਾ ਉਹ ਮਕਾਨ ਉਹਦੇ ਨਾਂ ਹੋ ਜੂਗਾ। ਸੋ ਇੱਕ ਤਾਂ ਇਹ ਯੋਜਨਾ ਉਹਨਾਂ ਨੇ ਲਿਆਂਦੀ ਹੈ ਜੀ। ਦੂਸਰੀ ਉਹਨਾਂ ਨੇ NRIਆਂ ਲਈ, ਪੰਜਾਬ ਦੇ ਵਿੱਚ NRI ਥਾਣੇ ਬਣ ਲਏ, NRI ਜ਼ਿਲ੍ਹੇ ਬਣ ਲਏ, NRI ਕੌਂਸਲਾਂ ਬਣਨੀਆਂ, NRI ਸਭਾਵਾਂ ਬਣਨੀਆਂ, ਪਰ NRIਆਂ ਨੂੰ ਉਹਨਾਂ ਦੇ ਹੱਕ ਨਹੀਂ ਪੂਰੀ ਤਰ੍ਹਾਂ ਮਿਲੇ। ਇੱਥੇ ਕੁੜੀਆਂ ਨਾਲ ਧੋਖੇ, ਇੱਥੇ ਮੁੰਡਿਆਂ ਨਾਲ ਧੋਖੇ, ਇੱਥੇ ਏਜੰਟਾਂ ਵੱਲੋਂ ਧੋਖੇ, ਇੱਥੇ ਰਿਸ਼ਤੇਦਾਰਾਂ ਵੱਲੋਂ ਧੋਖੇ। ਕਿਸੇ ਨੇ ਮਕਾਨ ਦੱਬਿਆ, ਕਿਸੇ ਨੇ ਜ਼ਮੀਨ ਦੱਬੀ ਆ, ਕਿਸੇ ਨੇ ਘਰ ਦੱਬਿਆ, ਕਿਸੇ ਨੇ ਰੂੜੀ ਵਾਲੀ ਥਾਂ ਵੀ ਦੱਬੀ ਆ। ਸੋ ਇਹ ਸਥਿਤੀਆਂ 'ਚੋਂ ਨਿਕਲਣ ਲਈ NRI ਕਹਿੰਦੇ ਜ਼ਮੀਨਾਂ ਵੇਚੋ, ਇੱਥੇ ਚੰਡੀਗੜ੍ਹ ਦੇ ਆਲੇ ਦੁਆਲੇ ਕੋਈ ਫਲੈਟ ਲੈ ਲਓ ਤੇ ਆਓ ਤੇ ਫਲੈਟ 'ਚ ਰਹੋ, ਰਿਸ਼ਤੇਦਾਰਾਂ ਕੋਲ ਘੁੰਮ ਆਓ, ਉਹ ਗਿਫਟ ਦੇ ਆਓ ਤੇ ਸ਼ਗਨ ਲਿਆਓ, ਫੋਟੋ ਖਿਚਾਇਓ ਤੇ ਆ ਕੇ ਰਹੋ ਇਹਨਾਂ ਹੋਟਲਾਂ ਵਰਗੇ ਫਲੈਟ 'ਚ। ਤੇ ਹੁਣ ਜ਼ਮੀਨਾਂ ਨਹੀਂ ਛੱਡਣੀਆਂ ਕਿਉਂਕਿ ਰਿਸ਼ਤੇਦਾਰ ਦੱਬ ਲੈਂਦੇ ਆ। ਰਿਸ਼ਤੇਦਾਰਾਂ 'ਚ ਲਕੀਰਾਂ ਖਿਚਾ ਦਿੱਤੀਆਂ ਇਸ ਜ਼ਮੀਨਾਂ ਨੇ। ਸੋ ਇਸ ਮਸਲੇ ਨੂੰ ਹੁਣ NRIਆਂ ਦੇ ਮਸਲੇ ਨੂੰ ਹੱਲ ਕਰਨ ਲਈ ਚਰਨਜੀਤ ਚੰਨੀ ਕਹਿੰਦੇ ਲਓ ਜੀ ਅਸੀਂ ਤਿਆਰ ਹਾਂ ਕਿ NRI ਦੀ ਜ਼ਮੀਨਾਂ ਦੇ ਮਾਲਕ ਹੋਣਗੇ, ਉਹਨਾਂ ਦੀ ਜ਼ਮੀਨ ਅਸੀਂ ਮਤਲਬ ਕਿ ਨਿਸ਼ਾਨਦੇਹੀ ਕਰਾਂਗੇ, ਉਹਦੀ ਬਕਾਇਦਾ ਰਿਕਾਰਡ ਦਰਜ ਕਰਾਂਗੇ ਤੇ ਉਹ ਸਾਰਾ ਕੁਛ NRI ਕੋਈ ਹੇਰਾਫੇਰੀ ਨਾ ਹੋਵੇ। ਇਹਦੇ ਲਈ ਉਹਨਾਂ ਦੇ ਅਸੀਂ ਧਿਆਨ ਰੱਖਾਂਗੇ, ਸਾਡੀ ਸਰਕਾਰ ਉਸ ਪਰ ਧਿਆਨ ਰੱਖੇਗੀ ਤੇ ਪੁਲਿਸ ਤੇ ਕੋਰਟ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਹ ਉਹਨਾਂ ਲਈ NRIਆਂ ਲਈ ਲੈ ਕੇ ਆਏ ਨੇ ਯੋਜਨਾ। ਅਮਲੀ ਰੂਪ ਕਦੋਂ, ਕਿਉਂਕਿ ਮੈਂ ਤਾਂ ਹੀ ਕਿਹਾ ਕਿ ਪਹਿਲਾਂ NRI ਜ਼ਿਲ੍ਹੇ ਬਣ ਲਏ, NRI ਥਾਣੇ ਬਣ ਲਏ ਤੇ NRI ਦੇ ਲਈ ਹੱਲ ਕਰਨ ਲਈ ਸਭਾਵਾਂ ਬਣਨੀਆਂ, ਪਰ ਕੁਝ ਨਹੀਂ ਹੋਇਆ। ਰਾਮੂ ਵਾਲੀ ਨੇ ਖਾਸੀ ਦੁਕਾਨ ਚਲਾਈ ਆਪਣੀ NRI ਦੇ ਸਿਰ ਤੇ ਕਿੰਨਾ ਕੁ ਮਤਲਬ ਕਿ ਆਪਾਂ ਜਾਣਦੇ ਹਾਂ ਕਿ ਕਿੰਨਾ ਕੁ ਉਹਨਾਂ ਦਾ ਸਮਾਨ ਵਿਕਿਆ ਤੇ ਕਿਹੋ ਜਿਹੀ ਸਥਿਤੀ ਹੈ। ਸੋ ਜੇਕਰ ਲੋਕਾਂ ਦੇ ਮਸਲੇ ਹੱਲ ਹੋਏ ਹੋਣ ਤਾਂ ਲੋਕ ਆਪ ਹੱਥਾਂ 'ਤੇ ਚੁੱਕਣਗੇ। ਸੋ ਚਰਨਜੀਤ ਚੰਨੀ ਹੋਰੀ ਯੋਜਨਾ ਵਧੀਆ ਲੈ ਕੇ ਆਏ, ਪਰ ਅਮਲੀ ਜਾਮਾ ਕਿਵੇਂ ਪਹਿਨਾਉਣਗੇ ਇਹ ਦੇਖਣ ਵਾਲੀ ਗੱਲ ਹੋਏਗੀ। ਤੇ 2 ਕਿਲੋ ਵਾਟ ਨੂੰ ਲੈ ਕੇ ਵੀ ਉਹਨਾਂ ਨੇ ਖਾਸੇ ਸੰਸੇ ਦੂਰ ਕਰਤੇ। ਕਹਿੰਦੇ ਭਾਈ ਜਿਹੜਾ ਮੈਂ ਕਿਹਾ ਸੀ ਕਿ ਪੁਰਾਣੇ ਬਿੱਲ ਫਸੇ ਨੇ, ਬਿਜਲੀ ਦੇ ਬਿੱਲ ਜਿਨ੍ਹਾਂ ਨੇ ਨਹੀਂ ਭਰੇ ਉਹ ਮਾਫ਼ ਕਰਨ ਦੀ 2 ਕਿਲੋ ਵਾਟ ਦੀ ਸੀ, ਕਹਿੰਦੇ ਉਹ ਸਿਰਫ SC BC ਲਈ ਨਹੀਂ ਹੈਗੀ, ਉਹ ਸਾਰੇ ਭਾਈਚਾਰੇ ਲਈ ਹੈ, ਸਮੁੱਚੇ ਪੰਜਾਬ ਲਈ ਆ। ਸੋ ਇਸ ਲਈ ਹੁਣ ਉਹਨਾਂ ਨੇ ਸਾਰੇ ਭਾਈਚਾਰੇ ਨੂੰ ਕਲਾ ਵਿੱਚ ਲੈਣ ਦੀ ਤਿਆਰੀ ਕਰ ਲਈ ਆ। ਸੋ ਮੇਰਾ ਖਿਆਲ ਚੋਣ ਮੋੜ 'ਚ ਵੀ ਆ ਗਏ ਨੇ, ਪਰ 18 ਨੁਕਾਤੀ ਫਾਰਮੂਲਿਆਂ 'ਚੋਂ ਜੇ ਖਾਸੇ ਫਾਰਮੂਲੇ ਪੂਰੇ ਹੋਣੇ ਬਾਕੀ ਨੇ ਜਨਾਬ, ਉਹਦੇ ਪਰ ਵੀ ਮੈਂ ਖਿਆਲ ਕੈਬਨਿਟ ਨੂੰ ਧਿਆਨ ਦੇਣਾ ਪੈਣਾ, ਚੰਨੀ ਦੀ ਸਰਕਾਰ ਨੂੰ ਧਿਆਨ ਦੇਣਾ ਪੈਣਾ। ਸੋ ਚਾਹੇ ਮੋਦੀ ਜੀ ਦੀਆਂ ਯੋਜਨਾ ਹੋਣ, ਚਾਹੇ ਚੰਨੀ ਜੀ ਦੀਆਂ ਯੋਜਨਾ ਹੋਣ, ਯੋਜਨਾਵਾਂ ਨੇ ਜੇਕਰ ਲੋਕਾਂ ਨੂੰ ਫਾਇਦਾ ਦੇਣਗੀਆਂ ਤਾਂ ਲੋਕ ਤੁਹਾਨੂੰ ਅਗਲੀ ਵਾਰ ਸੱਤਾ ਸੌਂਪਣਗੇ, ਨਹੀਂ ਫਾਇਦਾ ਦੇਣਗੀਆਂ ਫਿਰ ਅਕਾਲੀ BJP ਵਾਲੇ ਵੀ ਤੋਰੇ ਸੀ, ਫਿਰ ਤੁਸੀਂ ਵੀ ਤਿਆਰ ਰੱਖਿਓ, ਝੋਲਾ ਬੰਨ੍ਹ ਕੇ ਰੱਖਿਓ। ਚਲੋ, ਸੋ ਇਸ ਲਈ ਅਸੀਂ ਲਿਬਰਲ TV ਪੰਜਾਬੀ 'ਤੇ ਇੰਝ ਮੁੱਦੇ ਤੁਹਾਡੇ ਤੱਕ ਲਿਆਉਂਦੇ ਰਹਿੰਦੇ ਹਾਂ। ਤੁਸੀਂ ਵੇਖਦੇ ਰਹੋ ਲਿਬਰਲ TV ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ।